ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਸਟੱਡੀ ਬਜ਼ਰ ਤੇ। ਸੋ ਅੱਜ ਸਟੱਡੀ ਬਜ਼ਰ ਪੂਰੇ ਪਰਿਵਾਰ ਦੇ ਲਈ ਬੜੇ ਹੀ ਮਾਣ ਦੀ ਗੱਲ ਹੈ, ਕਿਉਂਕਿ ਉਹ ਪਰਸਨ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵਿੱਚ ਨਾਮ ਚਮਕਾਇਆ ਹੋਇਆ ਹੈ, ਬਹੁਤ ਹੀ ਰਿਸਪੈਕਟਡ ਗੁਰਪ੍ਰੀਤ ਧਾਲੀਵਾਲ ਜੀ ਐਂਡ ਗੁਰਸਾਹਿਬ ਸਿੰਘ ਜੀ, ਉਹਨਾਂ ਨੇ ਆਪਣੇ ਸਟੱਡੀ ਬਜ਼ਰ ਚੈਨਲ ਦੇ ਉੱਪਰ ਜਿਹੜਾ ਹੈ ਅੱਜ ਇੰਟਰਵਿਊ ਦੇਣ ਦੇ ਲਈ ਹਾਮੀ ਭਰੀ ਹੈ। ਸੋ ਬੜੀ ਹੀ ਮਾਣ ਦੀ ਗੱਲ ਹੈ। ਅੱਜ ਤੁਹਾਨੂੰ ਨਹੀਂ ਕਿਹਾ ਜਾਊਗਾ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਿਉਂਕਿ ਜਿਹੜੀਆਂ ਸ਼ਖਸੀਅਤਾਂ ਨੇ ਅੱਜ ਸਾਨੂੰ ਜੁਆਇਨ ਕੀਤਾ ਹੈ ਉਹ ਖੁਦ ਬ ਖੁਦ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਤੋਂ ਕਿਤੇ ਵੱਧ ਹੈ। ਸੋ ਮੇਰੀ ਰਿਕੁਐਸਟ ਹੈ ਵੀਡੀਓ ਨੂੰ ਅੰਤ ਤੱਕ ਦੇਖਣਾ, ਕਿਉਂਕਿ ਮੈਂ ਜਦੋਂ ਇਹਨਾਂ ਬਾਰੇ ਥੋੜ੍ਹਾ ਇੰਟਰੋਡਿਊਸ ਕਰਵਾਊਂਗਾ ਤੁਹਾਨੂੰ ਪਤਾ ਲੱਗੂਗਾ। ਇੰਨੇ ਟੈਸਟ ਕੁਆਲੀਫਾਈਡ ਕਰਕੇ ਜਦੋਂ ਆਪਣੇ ਸਾਹਮਣੇ ਬੈਠੇ ਹੈ ਅਤੇ ਜਿਹੜੇ ਇਹਨਾਂ ਨਾਲ ਲਿੰਕ 'ਚ ਪਰਸਨ ਹੈਗੇ ਆ ਜਾਂ ਇਹਨਾਂ ਦਾ ਨਾਮ ਸੁਣਿਆ ਹੋਇਆ ਉਹ ਇਹਨਾਂ ਦੇ ਬਾਰੇ ਬਾਖੂਬੀ ਜਾਣਦੇ ਹੈ। ਅਤੇ ਮੈਂ ਥੋੜ੍ਹਾ ਜਿਹਾ ਦੱਸੂੰਗਾ। ਅਤੇ ਕਹਿੰਦੇ ਨਾ, ਇੱਕ ਵਾਰੀ ਅਸੀਂ ਤਿਆਰੀ ਕਿੰਨੇ ਘੰਟੇ ਕਰਦੇ ਹਾਂ, ਡਜ਼ਨਟ ਮੈਟਰ, ਅਸੀਂ ਕਿਸ ਤਰੀਕੇ ਦੇ ਨਾਲ ਤਿਆਰੀ ਕਰ ਰਹੇ ਹਾਂ ਉਹ ਮੈਟਰ ਕਰਦਾ ਹੈ। ਅਤੇ ਅੱਜ ਆਪਾਂ ਨੂੰ ਦੱਸਣਗੇ ਵੀ ਅਸੀਂ ਕਿਸ ਤਰੀਕੇ ਦੇ ਨਾਲ ਇੰਨੇ ਟੈਸਟ ਕੁਆਲੀਫਾਈ ਕਰਕੇ ਬੈਠੇ ਹਾਂ, ਅਤੇ ਤੁਹਾਡੇ ਲਈ ਇੱਕ ਸਿਹਤ ਦਾ ਕੰਮ ਕਰੇਗੀ ਸਾਰੀ ਜੋ ਇੰਟਰਵਿਊ ਹੈ। ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਮੈਂ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਜਾਣ ਪਛਾਣ ਕਰਾਉਣਾ ਚਾਹੂੰਗਾ ਰਿਸਪੈਕਟਡ ਗੁਰਪ੍ਰੀਤ ਸਿੰਘ ਜੀ ਧਾਲੀਵਾਲ ਜੀ ਨਾਲ। ਇਹ ਖੁਦ MA ਪੋਲੀਟੀਕਲ ਸਾਇੰਸ ਨੇ, B.Ed ਵੀ ਅਤੇ PSTET CTET ਕੁਆਲੀਫਾਈਡ ਨੇ, UGC ਨੈਟ ਹੈ ਪੋਲੀਟੀਕਲ ਸਾਇੰਸ ਦੇ ਵਿੱਚ 2 ਵਾਰ ਕੁਆਲੀਫਾਈਡ ਨੇ, ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਗਾਈਡੈਂਸ ਐਂਡ ਕਾਉਂਸਲਿੰਗ ਉਹ ਵੀ ਇਹਨਾਂ ਦਾ ਹੈ ਜੀ। ਇੱਥੋਂ ਤੁਹਾਨੂੰ ਗਾਈਡ ਕਰਨਗੇ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਤੁਹਾਡੇ ਟੈਸਟ ਕੁਆਲੀਫਾਈ ਕਰ ਸਕਦੇ ਹੋ। ਅਤੇ ਗੱਲ ਯਾਦ ਆਈ, ਜਿਹੜਾ ਮਾਸਟਰ ਕੈਡਰ ਦੀ ਜਿਹੜੀ ਪੋਸਟਾਂ ਹੋਈਆਂ ਸੀ, ਤੁਸੀਂ ਵੀ 52 ਪੋਸਟਾਂ ਸੀ ਆਈ ਥਿੰਕ, ਜਿੱਥੇ ਤੱਕ ਮੈਨੂੰ ਯਾਦ ਹੈ ਜੀ। ਉਹਦੇ ਵਿੱਚ ਬਿਨਾਂ ਕਿਸੇ ਪ੍ਰੀਪਰੇਸ਼ਨ ਦੇ, ਕਿਉਂਕਿ ਇਹਨਾਂ ਦਾ ਟਾਰਗੇਟ ਤਾਂ UGC ਨੈਟ ਹੋਰ ਵੀ ਇਹਨਾਂ ਦਾ ਅਸਿਸਟੈਂਟ ਪ੍ਰੋਫੈਸਰ ਦਾ ਟਾਰਗੇਟ ਚੱਲ ਰਿਹਾ ਸੀ, ਬਿਨਾਂ ਕਿਸੇ ਤਿਆਰੀ ਦੇ 139 ਮਾਰਕਸ ਹੈ ਜਿਹੜਾ ਸਿਕਿਉਰ ਕਰਨਾ ਆਪਣੇ ਆਪ 'ਚ ਇੱਕ ਵੱਡੀ ਗੱਲ ਮੈਂ ਕਹੂੰਗਾ। ਸਿਲੈਕਟਡ ਇਨ ਜਿਹੜੀ 1158 ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟ ਆਈਆਂ ਸੀ, ਉਹਦੇ 'ਚ ਵੀ ਸਿਲੈਕਟ ਹੋ ਚੁੱਕੇ ਆ। ਉਹ ਤਾਂ ਪੰਜਾਬ ਦੇ ਵਿੱਚ ਇੱਕ ਹਵਾ ਚੱਲ ਰਹੀ ਹੈ ਸਟੇ ਵਾਲੀ, ਉਹ ਸਟੇ ਕਰਕੇ ਜਿਹੜੀ ਭਰਤੀ ਰੁਕੀ ਹੋਈ ਹੈ, ਨਹੀਂ ਤਾਂ ਜਿਹੜੀ 1158 ਦੀ ਅਸਿਸਟੈਂਟ ਪ੍ਰੋਫੈਸਰ ਦੀ ਜਿਹੜੀ ਭਰਤੀ ਆਈ ਉਹਦੇ ਵਿੱਚ ਹੀ ਸਿਲੈਕਟ ਹੋ ਚੁੱਕੇ ਆ। ਇੱਕ ਹੋਰ ਇਹਨਾਂ ਬਾਰੇ ਦੱਸਣਾ ਚਾਹੂੰਗਾ ਅਤੇ ਬੜਾ ਮਾਣ ਹੋ ਰਿਹਾ ਹੈ ਇਸ ਗੱਲ ਨੂੰ ਦੱਸਦੇ ਹੋਏ, ਅਸਿਸਟੈਂਟ ਪ੍ਰੋਫੈਸਰ ਦੀਆਂ ਆਫਟਰ ਅ ਲੌਂਗ ਟਾਈਮ ਪੋਸਟਾਂ ਨਿਕਲਣੀਆਂ ਇਹਨਾਂ ਦੀ ਬਦੌਲਤ। ਮੈਂ ਇਹਨਾਂ ਦੀ ਬਦੌਲਤ ਹੀ ਕਹੂੰਗਾ, ਕਿਉਂਕਿ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਤਾ ਸੀ ਇਹਨਾਂ ਨੇ ਆ ਕੇ। ਕਾਲਜ ਛੱਡ ਕੇ ਫਿਰ ਇੱਧਰ ਆਉਣਾ ਆਪਣੇ ਆਪ 'ਚ ਇੱਕ ਵੱਡੀ ਗੱਲ ਹੈ। ਸਿਰਫ ਔਰ ਸਿਰਫ ਯੂਥ ਲਈ, ਸਮਾਜ ਲਈ ਕੁਛ ਕਰਨਾ, ਇਹ ਆਪਣੇ ਆਪ 'ਚ ਇੱਕ ਵੱਡੀ ਗੱਲ ਸੀ। ਸੋ ਥੈਂਕ ਯੂ ਸਰ, ਤੁਸੀਂ ਇੱਥੇ ਵਿਜ਼ਿਟ ਕੀਤਾ, ਸਾਨੂੰ ਜੁਆਇਨ ਕੀਤਾ ਆ ਕੇ। ਅਤੇ ਮੈਂ ਰਿਸਪੈਕਟਡ ਗੁਰਸਾਹਿਬ ਸਿੰਘ ਜੀ, ਇਹਨਾਂ ਬਾਰੇ ਥੋੜ੍ਹਾ ਜਿਹਾ ਦੱਸਣਾ ਚਾਹੂੰਗਾ। ਸ਼ਬਦ ਘੱਟ ਪੈ ਜਾਂਦੇ ਜਦੋਂ ਇਹਨਾਂ ਬਾਰੇ ਗੱਲ ਕਰਦੇ ਹਾਂ। ਰਿਸਪੈਕਟਡ ਗੁਰਪ੍ਰੀਤ ਸਰ ਐਂਡ ਗੁਰਸਾਹਿਬ ਸਿੰਘ ਜੀ MA ਪੰਜਾਬੀ ਹੈਗੇ ਆ, B.Ed ਵੀ ਕੀਤੀ ਹੋਈ ਹੈ, ਦੈਨ ਉਸ ਤੋਂ ਬਾਅਦ ਗਿਆਨੀ ਇਨ ਪੰਜਾਬੀ, UGC ਨੈਟ ਲੋਕ ਇੱਕ ਵਾਰ ਕਰਨ ਨੂੰ ਤਰਸਦੇ ਹੈ, ਕਿੰਨੀ ਮਿਹਨਤ ਕਰਦੇ, ਸ਼ਿੱਦਤ ਨਾਲ ਲੱਗੇ ਰਹਿੰਦੇ ਹੈ। 5 ਟਾਈਮ UGC ਨੈਟ ਕੁਆਲੀਫਾਈਡ, ਉਸ ਤੋਂ ਇਲਾਵਾ PSTET 2 ਟਾਈਮ ਅਤੇ CTET ਵੀ ਜਿਹੜਾ ਕੁਆਲੀਫਾਈ ਕਰ ਚੁੱਕੇ ਹੈ। ਸੋ ਇੱਕ ਵਾਰ ਫਿਰ ਤੋਂ ਸਰ ਤੁਹਾਡੇ ਦੋਨਾਂ ਟੀਚਰਸ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਟੱਡੀ ਬਜ਼ਰ ਟੀਮ ਦੇ ਇਸ ਆਫੀਸ਼ੀਅਲ ਚੈਨਲ 'ਤੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਤੇ ਮੈਂ ਗੁਜ਼ਾਰਿਸ਼ ਕਰਦਾ, ਬੇਨਤੀ ਕਰਦਾ ਤੁਹਾਨੂੰ ਕਿ ਇੰਨੇ ਸਰੋਤੇ ਤੁਹਾਨੂੰ ਸੁਣ ਰਹੇ ਹੈ, ਇਹਨਾਂ ਨੂੰ ਇੱਕ ਸੇਧ ਆਪਾਂ ਦਈਏ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਟੈਸਟ ਕੁਆਲੀਫਾਈ ਕਰ ਸਕਦੇ ਹੋ। ਇੱਕ ਸਹਿਜ ਧੈਰਿਆਂ ਨਾਲ ਤੁਸੀਂ ਵੀ ਸੁਣਨਾ ਹੈ। ਇਹਨਾਂ ਦੇ ਬੋਲੇ ਹੋਏ ਬੋਲ ਤੁਹਾਡੇ ਲਈ ਬਹੁਤ ਹੀ ਫਰੂਟਫੁਲ ਸਾਬਿਤ ਹੋਣਗੇ। ਸੋ ਮੈਂ 1 ਬਾਏ 1 ਗੁਜ਼ਾਰਿਸ਼ ਕਰਦਾ ਕਿ ਪਲੀਜ਼ ਆਪਣੇ ਤੁਸੀਂ ਵਿਚਾਰ ਰੱਖੋ। ਮੈਂ ਸਭ ਤੋਂ ਪਹਿਲਾਂ ਗੁਜ਼ਾਰਿਸ਼ ਕਰੂੰਗਾ ਰਿਸਪੈਕਟਡ ਗੁਰਪ੍ਰੀਤ ਸਿੰਘ ਜੀ ਧਾਲੀਵਾਲ ਜੀ ਨੂੰ ਵੀ ਆਪਣੇ ਵਿਚਾਰ ਸਾਂਝੇ ਕਰੋ। ਸੋ ਬਹੁਤ ਬਹੁਤ ਧੰਨਵਾਦ ਜਗਦੀਪ ਜੀ, ਤੁਸੀਂ ਆਪਦੇ ਸਰੋਤਿਆਂ ਦੇ ਸਾਹਮਣੇ ਮੈਨੂੰ ਇੰਟਰੋਡਿਊਸ ਕੀਤਾ ਹੈ, ਕਿਉਂਕਿ ਮੇਰਾ ਕੁਆਲੀਫਿਕੇਸ਼ਨਸ ਦੇ ਨਾਲ ਜਿਹੜਾ ਹੈ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਗਾਈਡੈਂਸ ਐਂਡ ਕਾਉਂਸਲਿੰਗ ਹੈ। ਸੋ ਮੈਂ ਇੰਟਰਸਟਡ ਹਾਂ ਕਿ ਜੋ ਜਿਸ ਮੁਕਾਮ 'ਤੇ ਅਸੀਂ ਪਹੁੰਚੇ ਹਾਂ ਉਹ ਦੱਸੀਏ, ਕਿਉਂਕਿ ਪੜ੍ਹਨਾ ਕਿਵੇਂ ਹੈ, ਕੀ ਪੜ੍ਹਨਾ ਹੈ, ਕੰਪੀਟੀਸ਼ਨ ਦੇ ਵਿੱਚ ਇਹ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਮੇਰੀ ਬੇਨਤੀ ਸਾਰੇ ਸਰੋਤਿਆਂ ਨੂੰ ਕਿ ਮਿਹਨਤ 'ਤੇ ਵਿਸ਼ਵਾਸ ਰੱਖਣਾ ਹੈ। ਦੂਜੀ ਗੱਲ ਸਟ੍ਰੈਟੇਜੀ, ਤੁਸੀਂ ਅੱਛੀ ਸਟ੍ਰੈਟੇਜੀ ਬਣਾ ਕੇ ਚੱਲਣਾ ਹੈ, ਜਿਹਦੇ ਨਾਲ ਆਪਾਂ ਘੱਟ ਸਮੇਂ ਦੇ ਵਿੱਚ ਵੱਧ ਜਿਹੜੀ ਹੈਗੀ ਨੌਲੇਜ ਗੇਨ ਕਰਨੀ ਹੈ, ਔਰ ਟੂ ਦਾ ਪੁਆਇੰਟ ਜਿਹੜੀ ਕਿ ਐਗਜ਼ਾਮੀਨਰ ਦੀ ਜਿਹੜੀ ਸੋਚ ਹੈ ਕਿ ਉਹਨੇ ਕੁਐਸਚਨ ਕਿਸ ਤਰ੍ਹਾਂ ਪੁੱਟ ਕਰਨਾ ਹੈ। तो पिछले आप देख सकते हैं PSTET किन्ने हो चुके या मास्टर कैडर हो चुके, वो तो आप अंदाज़ा लावांगे।
ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਸਿਲੇਬਸ ਤੋਂ ਬਾਹਰ ਨਹੀਂ ਜਾਣਾ। ਜੋ ਸਿਲੇਬਸ ਮਾਸਟਰ ਕੈਡਰ ਦਾ, ਫਾਰ ਐਗਜ਼ਾਮਪਲ ਮੈਂ ਜਿਹੜਾ ਟੈਸਟ ਦਿੱਤਾ ਸੀ ਉਹਦੇ 'ਚ ਪੋਲੀਟੀਕਲ ਸਾਇੰਸ ਦਾ ਜਿਹੜਾ ਪੋਲਿਟੀ ਦਾ ਪੋਰਸ਼ਨ ਹੈ ਔਰ ਹਿਸਟਰੀ ਦਾ ਪੋਰਸ਼ਨ ਹੈ, ਉਹਨੂੰ ਮੈਂ ਥੋੜ੍ਹਾ ਦੇਖਿਆ ਸੀ, ਸਿਲੇਬਸ ਦੇਖਿਆ ਸੀ ਕਿ ਕੀ ਟੌਪਿਕ ਹੈ। ਫਿਰ ਤੁਸੀਂ ਉਹਦੀ ਬੁੱਕ ਦਾ ਪ੍ਰਬੰਧ ਕਰ ਲਓ। ਜਿਵੇਂ ਕਿ ਪੋਲਿਟੀ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਇੰਡੀਅਨ ਜਿਹੜਾ ਹੈਗਾ ਪੋਲੀਟੀਕਲ ਸਿਸਟਮ ਦੀ ਕੋਈ ਵੀ ਕਿਤਾਬ ਤੁਸੀਂ ਲੈ ਸਕਦੇ ਹੋ, ਚਾਹੇ ਉਹ BA ਦੀ ਹੈ ਚਾਹੇ ਉਹ MA ਦੀ ਹੈ। ਜ਼ਿਆਦਾ ਪੋਲਿਟੀ ਦਾ ਪੋਰਸ਼ਨ ਉਹੀ ਹੈ, ਪੋਲਿਟੀ ਹੈ, ਚਾਹੇ ਉਹਦੇ 'ਚ ਕੁਛ ਕਨਸੈਪਟ ਹੋਣ, ਚਾਹੇ ਉਹਦੇ 'ਚ ਕੁਛ ਜਿਹੜੀਆਂ ਹੈਗੀਆਂ ਅਵਧਾਰਨਾਵਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹ ਹੁਣ ਉਹਦੇ 'ਚ ਤੁਹਾਡਾ ਸਿਲੇਬਸ ਕਵਰ ਹੋਏਗਾ। ਦੂਜਾ ਪਾਰਟ ਹਿਸਟਰੀ ਦਾ ਆ ਗਿਆ। ਦੋ ਜਿਹੜੇ ਟਾਈਪਸ ਹਿਸਟਰੀ ਦੇ ਇਹਨਾਂ ਨੇ ਪੁੱਛੇ, ਹਿਸਟਰੀ ਆਫ ਇੰਡੀਆ ਔਰ ਹਿਸਟਰੀ ਆਫ ਪੰਜਾਬ। ਹਿਸਟਰੀ ਆਫ ਇੰਡੀਆ ਦੀ ਆਪਾਂ ਗੱਲ ਕਰੀਏ ਤਾਂ +1 ਦੀ ਬੁੱਕ 'ਚੋਂ ਮਿਲ ਜਾਣਾ, ਹਿਸਟਰੀ ਆਫ ਪੰਜਾਬ ਆਪਾਂ ਨੂੰ +2 ਦੀ ਬੁੱਕ 'ਚ ਮਿਲ ਜਾਣਾ। ਇਹ ਤੁਸੀਂ ਖਿਆਲ ਰੱਖਣਾ ਕਿ ਤੁਸੀਂ ਬੁੱਕ ਅੱਛੀ ਲਵੋ। ਸਭ ਤੋਂ ਪਹਿਲਾਂ ਤਾਂ ਤੁਸੀਂ ਖੁਦ ਪੜ੍ਹੋ, ਉਹਨੂੰ ਅੰਡਰਲਾਈਨ ਕਰ ਲਓ, ਤੁਸੀਂ ਨੋਟਸ ਬਣਾ ਸਕਦੇ ਹੋ। ਕੁਛ ਜਿਵੇਂ ਜਗਦੀਪ ਜੀ ਤੁਹਾਨੂੰ ਜੇ ਪੜ੍ਹਾਉਣਗੇ ਤਾਂ ਉਸ ਤਰ੍ਹਾਂ ਨੋਟਸ ਟਾਈਪ, ਪਰ ਸਭ ਤੋਂ ਪਹਿਲਾਂ ਤੁਹਾਨੂੰ ਬੁੱਕ ਜ਼ਰੂਰ ਪੜ੍ਹਨੀ ਹੈ, ਫਿਰ ਉਹਦੇ ਨੋਟਸ ਦੇਖਣੇ ਆ। ਤਾਂ ਦੋ ਗੱਲਾਂ ਹੋ ਗਈਆਂ, ਪਹਿਲਾ ਸਿਲੇਬਸ ਤੋਂ ਬਾਹਰ ਨਹੀਂ ਜਾਣਾ, ਦੂਜਾ ਤੁਸੀਂ ਜਿਹੜਾ ਹੈਗਾ ਉਹਦੇ ਬਾਰੇ ਪ੍ਰੋਪਰ ਤੁਸੀਂ ਬੁੱਕ ਦੇਖ ਲਓ। ਛੋਟੀਆਂ ਬਹੁਤੀਆਂ ਵੱਡੀਆਂ ਨਹੀਂ, ਛੋਟੀਆਂ ਬੁੱਕਸ ਹੈਗੀਆਂ, ਉਹਨਾਂ ਨੂੰ ਪੜ੍ਹੋ। ਤੀਜੀ ਗੱਲ ਤੁਸੀਂ ਇਹ ਦੇਖਣੀ ਆ, ਪਿਛਲੇ ਕੁਐਸਚਨ ਪੇਪਰ ਜਦੋਂ ਤੁਸੀਂ ਪੜ੍ਹੋਗੇ ਤਾਂ ਕੁਛ ਕੁ ਕੁਐਸਚਨ ਹੈ ਜਿਹੜੇ ਬੜੇ ਸਿੰਪਲ ਪੁੱਛੇ ਗਏ ਹੈ, ਕੁਛ ਕੁ ਜਿਹੜੇ ਹੈਗੇ ਆ ਸਮੇਂ ਦੀ ਡਿਮਾਂਡ ਦੇ ਹਿਸਾਬ ਨਾਲ ਜਾਂ ਟੌਪਿਕ ਦੀ ਡਿਮਾਂਡ ਦੇ ਹਿਸਾਬ ਨਾਲ ਉਹਨਾਂ ਨੇ ਜਿਹੜਾ ਹੈਗਾ ਥੋੜ੍ਹਾ ਡੂੰਘਾਈ ਨਾਲ ਪੁੱਛ ਲੈਂਦੇ ਆ। ਫਾਰ ਐਗਜ਼ਾਮਪਲ ਜਿਵੇਂ ਪਿਛਲੇ PS ਟੈਟ ਦੇ ਵਿੱਚ ਪੁੱਛਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਜਿਹੜੀ ਪਹਿਲੀ ਜਾਂ ਦੂਜੀ ਸਿੱਖ ਐਂਗਲੋ ਵਾਰ ਹੁੰਦੀ ਆ, ਉਸ ਸਮੇਂ ਉਹਨਾਂ ਨੇ ਇੱਕ ਗਵਰਨਰ ਪੁੱਛਿਆ ਸੀਗਾ ਜਾਂ ਉਹਨਾਂ ਨੇ ਇੱਕ ਡਿਪਟੀ ਕਮਿਸ਼ਨਰ, ਸ਼ਾਇਦ ਇਸ ਤਰ੍ਹਾਂ ਦਾ ਕੁਐਸਚਨ ਸੀ। ਉਹ ਥੋੜ੍ਹਾ ਜਿਹਾ ਡੂੰਘਾਈ ਨਾਲ ਸੀ, ਸਾਰਿਆਂ ਨੂੰ ਪਤਾ ਸੀ ਕੌਣ ਗਵਰਨਰ ਸੀ ਉਸ ਵਕਤ, ਪਰ ਉਹ ਜਿਹੜਾ ਕੁਐਸਚਨ ਪੁੱਛਿਆ ਸੀ ਉਹ ਤੇ ਬਹੁਤ ਸਾਰਿਆਂ ਨੂੰ ਜਿਹੜੀ ਹੈਗੀ ਹੈ ਉਹ ਸਵਾਲ ਨਹੀਂ ਸੀ ਆਇਆ, ਇਸ ਕਰਕੇ ਉਹਨਾਂ ਦਾ ਇੱਕ ਨੰਬਰ ਘਟ ਗਿਆ। ਸੋ ਇੱਕ ਨੰਬਰ ਇਸ ਕੰਪੀਟੀਸ਼ਨ ਦੇ ਵਿੱਚ ਮਾਇਨੇ ਰੱਖਦਾ ਹੈ। ਔਰ ਇਹਨਾਂ ਚੀਜ਼ਾਂ ਦੇ ਨਾਲ ਜਿਹੜੀ ਟੈਸਟ ਸੀਰੀਜ਼ ਨਾਲ ਚਲਾਈ ਜਾਏਗੀ, ਤੁਸੀਂ ਉਹ ਜ਼ਰੂਰ, ਤੁਹਾਡਾ ਟੌਪਿਕ ਭਾਵੇਂ ਰਹਿ ਜੇ ਪਰ ਤੁਸੀਂ ਉਹ ਟੈਸਟ ਸੀਰੀਜ਼ ਜ਼ਰੂਰ ਜੁਆਇਨ ਕਰਨੀ ਹੈ ਔਰ ਉਹਦੇ ਨਾਲ ਤੁਹਾਡੀ ਜਿਹੜੀ ਹੈ ਪ੍ਰੈਕਟਿਸ ਵੀ ਹੁੰਦੀ ਰਹੇਗੀ। ਸੋ ਇਹ ਸਟ੍ਰੈਟੇਜੀ ਸੀ। ਬਾਕੀ ਸਮੇਂ-ਸਮੇਂ 'ਤੇ ਜਦੋਂ ਵੀ ਜਗਦੀਪ ਸਰ ਮੈਨੂੰ ਹੁਕਮ ਕਰਨਗੇ ਮੈਂ ਤੁਹਾਨੂੰ ਆ ਕੇ ਦੱਸਦਾ ਰਹੂੰਗਾ। ਜਦੋਂ ਮੈਨੂੰ ਮੌਕਾ ਮਿਲੂਗਾ ਆਪਾਂ ਗੱਲਬਾਤ ਕਰਦੇ ਰਹਾਂਗੇ। ਹੋਰ ਜੇ ਤੁਹਾਡੇ ਕੋਈ ਸਵਾਲ ਹੋਏ ਤਾਂ ਤੁਸੀਂ ਕਮੈਂਟ 'ਚ ਜ਼ਰੂਰ ਪੁੱਛੋ, ਮੈਂ ਉਹਨਾਂ ਦਾ ਜਿਹੜਾ ਹੈਗਾ ਜਵਾਬ ਬੜੀ ਛੇਤੀ ਨਾਲ ਦੀ ਨਾਲ ਦੇਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਮਿਹਰਬਾਨੀ। ਥੈਂਕ ਯੂ ਸਰ। ਤੁਸੀਂ ਇੰਨਾ ਵਧੀਆ ਕੀਮਤੀ ਸ਼ਬਦਾਂ ਦੇ ਨਾਲ ਹੈ ਜਿਹੜਾ ਤੁਸੀਂ ਆਪਣੇ ਸਟੂਡੈਂਟਸ ਨੂੰ ਗਾਈਡ ਕੀਤਾ। ਹੁਣ ਮੈਂ ਰਿਕੁਐਸਟ ਕਰਾਂਗਾ ਰਿਸਪੈਕਟਡ ਗੁਰਸਾਹਿਬ ਸਿੰਘ ਜੀ ਨੂੰ ਕਿ ਆਪਣੇ ਕੀਮਤੀ ਵਿਚਾਰ ਦੇ ਕੇ ਆਪਣੇ ਸਰੋਤਿਆਂ ਨੂੰ ਜਿਹੜਾ ਹੈ ਗਾਈਡ ਕਰਨ, ਇੱਕ ਸੇਧ ਦੇਣ ਵੀ ਕਿਸ ਤਰ੍ਹਾਂ ਪੰਜਾਬੀ ਦੇ ਵਿੱਚ ਹੈ ਜਿਹੜਾ ਆਪਣਾ ਟੈਸਟ ਕੁਆਲੀਫਾਈ ਕਰ ਸਕਦੇ ਆ। ਭਾਵੇਂ UGC ਨੈਟ ਦੀ ਤਿਆਰੀ ਕਰ ਰਹੇ ਹੋ, ਭਾਵੇਂ ਤੁਸੀਂ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ, ਤਾਂ ਇਹਨਾਂ ਦੇ ਦੱਸੇ ਹੋਏ ਬੋਲਾਂ 'ਤੇ ਅਮਲ ਕਰੋਗੇ ਤਾਂ ਵੀ ਕਿਤੇ ਨਾ ਕਿਤੇ ਤੁਹਾਡੇ ਟੈਸਟ ਵੀ ਕੁਆਲੀਫਾਈ ਹੋਣਗੇ ਅਤੇ ਚੰਗੀਆਂ ਉਪਾਧੀਆਂ ਜਾਂ ਜਿਹੜੇ ਟੈਸਟ ਕਰੈਕ ਕਰਕੇ ਤੁਸੀਂ ਮਾਣ ਮਹਿਸੂਸ ਕਰੋਗੇ ਜੀ। ਸੋ ਮੇਰੀ ਰਿਕੁਐਸਟ ਹੈ ਜੀ ਰਿਸਪੈਕਟਡ ਗੁਰਸਾਹਿਬ ਸਿੰਘ ਜੀ ਨੂੰ। ਬਹੁਤ ਧੰਨਵਾਦ ਜਗਦੀਪ ਸਰ ਜੀ। ਹਾਂਜੀ ਦੋਸਤੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕਿਸੇ ਵੀ ਮੰਜ਼ਿਲ 'ਤੇ ਪਹੁੰਚਣ ਵਾਸਤੇ ਸਾਨੂੰ ਉਸ ਮੰਜ਼ਿਲ ਦਾ ਜਿਹੜਾ ਨਿਸ਼ਾਨਾ ਉਹ ਮਿਥਣਾ ਜ਼ਰੂਰੀ ਹੁੰਦਾ। ਉਹਦੇ ਨਾਲ ਹੀ ਸਾਡੀ ਡੈਡੀਕੇਸ਼ਨ ਅਤੇ ਤੀਜਾ ਹਾਰਡ ਵਰਕ। ਜਦੋਂ ਸਾਡੇ ਕੋਲ ਇਹ ਤਿੰਨੇ ਚੀਜ਼ਾਂ ਹੋਣਗੀਆਂ ਅਤੇ ਸਾਨੂੰ ਫਿਰ ਮੰਜ਼ਿਲ 'ਤੇ ਪਹੁੰਚਣ ਤੋਂ ਕੋਈ ਰੋਕ ਨਹੀਂ ਸਕਦਾ। ਸੋ ਮੈਂ ਜਿਹੜਾ ਆਪਣਾ ਲੰਮਾ ਐਕਸਪੀਰੀਅੰਸ ਆ ਮੇਰਾ ਦੱਸਣ ਵਾਸਤੇ ਅੱਜ ਤੁਹਾਡੇ ਨਾਲ ਜੁੜਿਆ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਖਾਸ ਕਰਕੇ ਮਾਸਟਰ ਕੇਡਰ ਅਤੇ UGC ਨੈਟ ਪੰਜਾਬੀ ਦੇ ਵਿਦਿਆਰਥੀ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਨੇ ਉਹਨਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਜਾਵੇ। ਉਹਨਾਂ ਦਾ ਲੈਵਲ ਕੀ ਹੈ ਅਤੇ ਅਸੀਂ ਉਸ ਹਿਸਾਬ ਨਾਲ ਤਿਆਰੀ ਕਰਨੀ ਹੈ। ਉਦਾਹਰਨ ਵਜੋਂ ਤੁਸੀਂ 2011, 12, 13 ਦਾ UGC ਪੰਜਾਬੀ ਦਾ ਦੇਖੋ ਅਤੇ 2021 ਦਾ ਜਾਂ 2020 ਦਾ UGC ਪੰਜਾਬੀ ਦਾ ਵੇਖੋ। ਉਹਨਾਂ ਦਾ ਜਿਹੜਾ ਲੈਵਲ ਹੈ ਇੱਕ ਪੇਪਰ ਕਰਕੇ ਉੱਪਰ ਹੁੰਦਾ ਗਿਆ ਅਤੇ ਉਹ ਜ਼ਮੀਨ ਅਸਮਾਨ ਦਾ ਫਰਕ ਹੋ ਗਿਆ। ਤੁਸੀਂ ਵੇਖੋਗੇ ਕਿ ਜਿਨ੍ਹਾਂ ਨੇ ਮਾਸਟਰ ਕੇਡਰ ਪੰਜਾਬੀ ਪਿਛਲੇ ਦਿੱਤੇ ਨੇ ਉਹ 2011 ਵਾਲਾ ਜਾਂ 12 ਵਾਲਾ UGC ਦਾ ਵੇਖ ਸਕਦੇ, ਉਹਨਾਂ ਦਾ ਲੈਵਲ ਇੱਕੋ ਜਿਹਾ। ਮੇਰੇ ਕਹਿਣ ਦਾ ਭਾਵ ਇਹ ਹੈ
ਕਿ ਅਸੀਂ ਜਦੋਂ ਪੁਰਾਣੇ ਪੇਪਰ ਧਿਆਨ 'ਚ ਰੱਖਾਂਗੇ ਤੇ ਸਾਨੂੰ ਕੁਐਸਚਨ ਦੀ ਤਿਆਰੀ ਕਰਨ ਵਿੱਚ ਸੌਖ ਰਹਿੰਦੀ ਹੈ। ਉਦਾਹਰਨ ਵਜੋਂ ਪਿਛਲੇ ਪੇਪਰਾਂ 'ਚ ਇੱਕ ਵਾਰ ਉਹਨਾਂ ਨੇ ਪੁੱਛਿਆ ਕਿ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਤੇ ਗੁਲਾਮ ਮੁਹੰਮਦ ਚੱਠਾ ਸੀ, ਉਹਨਾਂ ਦੇ ਆਪਸ ਵਿੱਚ ਇੱਕ ਜੰਗ ਹੋਈ ਸੀ ਤੇ ਉਸ ਜਿਹੜੀ ਚੱਠਿਆਂ ਦੀ ਵਾਰ ਪੀਰ ਮੁਹੰਮਦ ਦੀ ਹੈ, ਉਹਦੇ 'ਚ 2 ਵਾਰਾਂ ਦਾ ਜ਼ਿਕਰ ਹੈ। ਤੇ ਉਹਨਾਂ ਨੇ ਪ੍ਰਸ਼ਨ ਪੁੱਛਿਆ ਸੀ ਵੀ ਉਹ ਜਿਹੜੀਆਂ 2 ਵਾਰ ਦੇ ਵਿੱਚ 2 ਲੜਾਈਆਂ ਹੋਈਆਂ, ਦੋਵਾਂ ਦਾ ਜ਼ਿਕਰ ਹੈ, ਉਹ ਜਿਹੜੀਆਂ ਲੜਾਈਆਂ ਕਿੱਥੇ ਕਿੱਥੇ ਹੋਈਆਂ। ਉਹ ਮੈਂ ਪ੍ਰਸ਼ਨ ਦੇਖਿਆ ਪਿਛਲੇ ਪੇਪਰਾਂ ਦਾ, ਮੈਨੂੰ ਲੱਗਿਆ ਇਹਨਾਂ ਨੇ ਐਤਕੀ ਇਹ ਪੁੱਛਿਆ ਤੇ ਅਗਲੀ ਵਾਰ ਜਿਹੜੀ ਦੂਜੀ ਵਾਰ ਹੈ ਜਾਂ ਜੰਗਨਾਮਾ ਸ਼ਾਹ ਮੁਹੰਮਦ ਦਾ ਸਿੰਘਾਂ ਤੇ ਫਰੰਗੀਆਂ ਵਾਲਾ, ਮੈਂ ਕਿਹਾ ਵੀ ਉਹਦੀਆਂ ਲੜਾਈਆਂ ਥਾਂ ਵੀ ਪੁੱਛ ਸਕਦੇ। ਮੈਂ ਉਹ ਤਿਆਰੀ ਕਰਕੇ ਲੈ ਕੇ ਗਿਆ। ਹੋਇਆ ਵੀ ਇੰਜ, ਅਗਲੇ ਪੇਪਰ ਦੇ ਵਿੱਚ ਉਹ ਕੁਐਸਚਨ ਆਇਆ ਤੇ ਮੇਰਾ ਕੁਐਸਚਨ ਠੀਕ ਹੋ ਗਿਆ। ਉਹ ਜਿਹੜੀਆਂ ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਉਹਦੇ 'ਚ 5 ਥਾਵਾਂ 'ਤੇ ਲੜਾਈ ਹੋਈ, ਉਹਨਾਂ ਨੇ 5 ਦਾ ਸੀਕੁਐਂਸ ਪੁੱਛ ਲਈ। ਇਹਦੇ ਨਾਲ ਹੀ ਇੱਕ ਹੋਰ ਸਵਾਲ ਉਹਨਾਂ ਨੇ ਪੁੱਛਿਆ ਵੀ ਜਿਹੜੀਆਂ ਸਾਡੀਆਂ ਉਪ ਭਾਸ਼ਾਵਾਂ ਹੁੰਦੀਆਂ ਸਰ, 2 ਪੰਜਾਬੀ 'ਚ 2 ਤਰ੍ਹਾਂ ਦੀਆਂ ਹੁੰਦੀਆਂ। ਇੱਕ ਤਾਂ ਭੂਗੋਲਿਕ ਖੇਤਰ ਨੂੰ ਆਧਾਰ ਬਣਾ ਕੇ, ਜਿਹਨੂੰ ਅਸੀਂ ਮਾਝੀ, ਦੁਆਬੀ ਤੇ ਮਲਵਈ 'ਚ ਵੰਡਦੇ ਹਾਂ। ਇੱਕ ਉਹ ਵਰਤੋਂ ਦੇ ਆਧਾਰ 'ਤੇ ਕਿ ਬੁਲਾਰੇ ਉਪਭਾਸ਼ਾ ਨੂੰ ਵਰਤਦੇ ਕਿਵੇਂ ਆ, ਉਹਦੇ 'ਚ ਅਸੀਂ ਕੋਡ ਲੈਂਗੁਏਜ ਰੱਖਦੇ ਹਾਂ ਜਾਂ ਉਹਦੇ 'ਚ ਅਸੀਂ ਵਿਅਕਤੀ ਭਾਸ਼ਾ ਰੱਖਦੇ ਹਾਂ, ਰਜਿਸਟਰ ਹੁੰਦਾ ਜਾਂ ਯੋਰਗਨ ਜਾਂ ਤਕਨੀਕੀ ਉਹਨੂੰ ਆਪਾਂ ਕਹਿੰਦੇ ਹਾਂ। ਮੈਂ ਉਹ ਤਿਆਰੀ ਕਰਕੇ ਲੈ ਕੇ ਗਿਆ ਤੇ ਉਹੀ ਉਹਨਾਂ ਨੇ ਪੁੱਛ ਲਿਆ ਕਿ ਯਾਰਗਨ ਕੀ ਹੁੰਦੀ ਹੈ ਜਾਂ ਤੁਸੀਂ ਦੱਸੋ ਇਹਨਾਂ 'ਚ ਕਿਹੜੀ ਉਪਭਾਸ਼ਾ ਵਰਤੋਂ ਦੇ ਆਧਾਰ 'ਤੇ ਜਿਹਨੂੰ ਅਸੀਂ ਨਹੀਂ ਮੰਨਦੇ। ਸੋ ਇਹ ਤਾਂ ਹੋਇਆ ਪਿਛਲੇ ਪੇਪਰਾਂ ਨੂੰ ਅਸੀਂ ਵੇਖਣਾ। ਉਹਦੇ ਨਾਲ ਜਿਨ੍ਹਾਂ ਨੇ ਮਾਸਟਰ ਕੇਡਰ ਪੰਜਾਬੀ ਦੀ ਤਿਆਰੀ ਸ਼ੁਰੂ ਕਰਨੀ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਸਾਹਿਤ ਦਾ ਇਤਿਹਾਸ ਹੈ ਉਹ ਧਿਆਨ 'ਚ ਰੱਖਣਾ ਜ਼ਰੂਰੀ ਹੈ, ਕਿਉਂਕਿ ਮੱਧਕਾਲ ਤੇ ਆਧੁਨਿਕ ਜਿਹੜਾ ਸਾਡਾ ਸਾਹਿਤ ਹੈ ਉਹ ਜਿਹੜਾ 90% ਸਾਨੂੰ ਇਹ ਸਾਹਿਤ ਦੇ ਇਤਿਹਾਸਾਂ 'ਚੋਂ ਜਿਹੜਾ ਉਹ ਕੰਪਲੀਟ ਮਿਲ ਜਾਂਦਾ। ਤਾਂ ਉਹ ਮੈਂ 2-3 ਕਿਤਾਬਾਂ ਦੱਸ ਦੇਣਾ। ਪਹਿਲੀ ਤਾਂ ਹੈ ਰਜਿੰਦਰ ਸਿੰਘ ਸੇਖੋਂ ਦੀ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ। ਦੂਜੀ ਜਿਹੜੀ ਬੈਸਟ ਕਿਤਾਬ ਹੈ ਉਹ ਹੈ ਸਾਹਿਤ ਦੀ ਉਤਪਤੀ ਤੇ ਵਿਕਾਸ, ਡਾਕਟਰ ਕਸੇਲ ਤੇ ਉਹਨਾਂ ਦੇ ਸਾਥੀਆਂ ਦੀ। ਤੀਜੀ ਕਿਤਾਬ ਜਿਹਦਾ ਮੈਂ ਨਾਂ ਲਊਂਗਾ, ਜੇ ਬੱਚੇ ਹੋਰ ਵਾਸਟ ਪੜ੍ਹਨਾ ਚਾਹੁੰਦੇ ਆਪਣੇ ਜਿਹੜਾ ਸਿਲੇਬਸ ਨੂੰ, ਤਾਂ ਉਹਦੇ ਲਈ ਸਾਡੇ ਕੋਲ ਜਿਹੜਾ ਦਿੱਲੀ ਅਕਾਦਮੀ ਦੀਆਂ 14 ਜਿਲਦਾਂ ਦੇ ਵਿੱਚ ਇਤਿਹਾਸ ਹੈ ਸਾਹਿਤ ਦਾ, ਉਹ ਬੜਾ ਸਾਡੇ ਲਈ ਜਿਹੜਾ ਉਹ ਮਦਦ ਕਰਦਾ ਸਾਡੇ ਨਿਸ਼ਾਨੇ ਦੀ ਪ੍ਰਾਪਤੀ ਲਈ। ਉਸ ਤੋਂ ਬਾਅਦ ਜਿਹੜੀ ਸਾਡੀ ਭਾਸ਼ਾ, ਉਹਦੇ ਲਈ ਬੂਟਾ ਸਿੰਘ ਬਰਾੜ ਦੀਆਂ ਕਿਤਾਬਾਂ ਠੀਕ ਨੇ। ਉਹਦੇ ਨਾਲ ਹੀ ਜਦੋਂ ਸਾਹਿਤ ਸੱਭਿਆਚਾਰ ਦੀ ਅਸੀਂ ਗੱਲ ਕਰਦੇ ਹਾਂ ਤਾਂ ਸੱਭਿਆਚਾਰ ਵਾਸਤੇ ਸਾਡੇ ਕੋਲ ਪ੍ਰੋਫੈਸਰ ਜੀਤ ਸਿੰਘ ਜੋਸ਼ੀ ਤੇ ਡਾਕਟਰ ਜਸਵਿੰਦਰ ਸਿੰਘ ਤੇ ਇਹਨਾਂ ਦੀਆਂ ਕਿਤਾਬਾਂ ਸਾਡੇ ਲਈ ਕਾਫੀ ਹੈਲਪਫੁਲ ਨੇ। ਉਹਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀਆਂ ਜਿਹੜੀਆਂ ਕਿਤਾਬਾਂ ਨੇ 9ਵੀਂ 10ਵੀਂ 11ਵੀਂ 12ਵੀਂ, ਖਾਸ ਕਰਕੇ ਪੰਜਾਬੀ ਸਾਹਿਤ ਤੇ ਨਾਲ ਹੀ ਗ੍ਰਾਮਰ, ਸਾਨੂੰ ਉਹਦੀਆਂ ਕਿਤਾਬਾਂ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ। ਉਹਦੇ ਵਿੱਚ ਜਿਹੜੀਆਂ ਚੀਜ਼ਾਂ ਆਈਆਂ ਨੇ, ਜਿਹੜੀ ਵਿਆਕਰਨ, ਕਿਉਂਕਿ ਸਾਡਾ ਪੇਪਰ BA ਦੇ ਪੱਧਰ ਦਾ ਹੋਊਗਾ ਤੇ ਮੈਨੂੰ ਲੱਗਦਾ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਚੱਲਦੇ ਹਾਂ ਤੇ ਸਾਨੂੰ ਇਸ ਵਾਰ ਸਫਲਤਾ ਜ਼ਰੂਰ ਮਿਲੇਗੀ। ਉਹਦੇ ਨਾਲ ਜਿਹੜਾ ਮੇਰਾ ਐਕਸਪੀਰੀਅੰਸ ਹੈ, ਮੈਂ ਸਮੇਂ-ਸਮੇਂ 'ਤੇ ਇਸ ਚੈਨਲ 'ਤੇ ਆ ਕੇ ਦੱਸਦਾ ਰਹਾਂਗਾ। ਨਾਲ ਜਿਵੇਂ ਅਸੀਂ ਤਿਆਰੀ ਕਰਨੀ ਹੈ, ਕਿਹੜੀਆਂ ਕਿਤਾਬਾਂ ਪੜ੍ਹਨੀਆਂ, ਕਿਹੜੀਆਂ ਚੀਜ਼ਾਂ, ਕਿਉਂਕਿ ਸਮਕਾਲ ਦੀਆਂ ਚੀਜ਼ਾਂ ਵੀ ਜੇ ਕੋਈ ਪੁੱਛ ਲੈਣ ਤਾਂ ਉਹ ਵੀ ਸਾਨੂੰ ਜਿਹੜੇ ਮੈਗਜ਼ੀਨ ਨੇ, ਪੰਜਾਬੀ ਦੇ ਰਸਾਲੇ ਨੇ, ਉਹਨਾਂ ਦੇ ਨਾਲ ਵੀ ਜੁੜਨਾ ਬੇਹੱਦ ਜ਼ਰੂਰੀ ਹੈ। ਤੇ ਜਿੰਨਾ ਮੈਂ ਕਰ ਸਕਦਾ ਹੋਇਆ ਮੈਂ ਆਪਣੇ ਦੋਸਤਾਂ ਦੀ ਮਦਦ ਕਰਾਂਗਾ। ਬਹੁਤ ਧੰਨਵਾਦ ਸਰ ਤੁਹਾਡਾ, ਥੈਂਕ ਯੂ। ਹਾਂਜੀ, ਬਹੁਤ ਧੰਨਵਾਦ ਸਰ, ਤੁਸੀਂ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਸਾਡੇ ਨਾਲ। ਦੇਖੋ, ਜਿੰਨੇ ਵੀ ਸਰੋਤੇ ਸੁਣ ਰਹੇ ਹੈ, ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਖੁਦ ਸੱਟ ਖਾ ਕੇ ਫਿਰ ਆਪਾਂ ਸੰਭਲੀਏ। ਕਿਸੇ ਦਾ ਅਨੁਭਵ ਜੇਕਰ ਸਾਨੂੰ ਉਹ ਸੱਟ ਤੋਂ ਬਚਾਉਂਦਾ ਤਾਂ ਉਹ ਕੋਈ ਘਾਟੇ ਦਾ ਸੌਦਾ ਨਹੀਂ ਹੁੰਦਾ, ਤੁਹਾਡਾ ਸਮਾਂ ਬਚਾ ਸਕਦਾ ਹੈ। 28, 29, 30 ਇੱਥੋਂ ਤੱਕ ਕੁਝ ਬਣਾਉਣ ਦੀ ਉਮਰ ਹੁੰਦੀ ਹੈ, ਤੁਹਾਡਾ ਪ੍ਰਾਈਮ ਟਾਈਮ ਹੁੰਦਾ ਹੈ ਆਫਟਰ ਜਿਹੜਾ ਕਾਲਜ ਲਾਈਫ ਦੀ ਗੱਲ ਕਰੀਏ ਤਾਂ। ਅਤੇ ਇਹ ਹੁਣ ਸਮਾਂ ਤੁਹਾਡਾ ਕੁਝ ਬਣਾਉਣ ਦਾ ਹੈ, ਕੁਝ ਗੇਨ ਕਰਨ ਦਾ ਹੈ, ਕੁਝ ਅਚੀਵ ਕਰਨ ਦਾ ਹੈ, ਅਤੇ ਤੁਹਾਡਾ ਫਿਊਚਰ ਸਿਕਿਉਰ ਕਰਨ ਦਾ, ਤੁਹਾਡੇ ਮਾਤਾ ਪਿਤਾ ਦੇ ਤੁਹਾਡੇ ਸੁਪਨੇ ਸਾਕਾਰ ਕਰਨ ਦਾ ਸਮਾਂ ਹੈ। ਸੋ ਇਹ ਵਿਚਾਰ ਤੁਹਾਡੇ ਲਈ ਕਿਤੇ ਨਾ ਕਿਤੇ ਕਿ ਬਹੁਤ ਹੀ ਜ਼ਿਆਦਾ ਹੈਲਪਫੁਲ ਨੇ। ਦੇਖੋ, ਅਸੀਂ ਅਕਸਰ ਦੀਵਾਰਾਂ 'ਤੇ ਲਿਖੇ ਹੋਏ ਕੋਟ ਪੜ੍ਹਦੇ ਹਾਂ। ਉਹ ਕਹਿੰਦੇ ਨਾ, ਵਿਦ ਪਲੈਨਿੰਗ ਐਨ ਈਡੀਅਟ ਕੈਨ ਵਿਦ ਦਾ ਬੈਟਲ ਐਂਡ ਵਿਦਾਊਟ ਪਲੈਨਿੰਗ ਆ ਜੀਨੀਅਸ ਕੈਨ ਲੌਸ ਦਾ ਬੈਟਲ।
ਵੀ ਜੇਕਰ ਵਿਦ ਪਲੈਨਿੰਗ ਚੱਲੋਗੇ ਤਾਂ ਇਹ ਮੈਟਰ ਹੀ ਨਹੀਂ ਕਰਦਾ ਵੀ ਤੁਸੀਂ ਪੜ੍ਹਾਈ 'ਚ ਕਿੰਨੇ ਕੁ ਹੁਸ਼ਿਆਰ ਹੋ, ਕਿੰਨੇ ਕੁ ਨਲਾਇਕ ਹੋ। ਵਿਦ ਪਲੈਨਿੰਗ ਚੱਲੋਗੇ ਤਾਂ ਕੁਛ ਨਾ ਕੁਛ ਕੀ ਬਹੁਤ ਕੁਛ ਹੈ ਜਿਹੜਾ ਤੁਸੀਂ ਗੇਨ ਕਰ ਜਾਓਗੇ ਜੀ। ਸੋ ਮੇਰੀ ਇੱਕ ਵਾਰ ਫਿਰ ਤੋਂ ਦਿਲ ਦੀ ਗਹਿਰਾਈਆਂ ਤੋਂ ਦੋਨੋਂ ਹੀ ਟੀਚਰ ਸਾਹਿਬਾਨ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਮੈਂ ਬੇਨਤੀ ਕਰੂੰਗਾ ਵੀ ਸਰ ਤੁਸੀਂ ਕਿਹਾ ਸੀ ਨਾ ਹੁਕਮ ਕਰੋਗੇ ਤਾਂ ਅਸੀਂ ਸਮੇਂ-ਸਮੇਂ 'ਤੇ ਪਹੁੰਚਦੇ ਰਹਾਂਗੇ। ਅਸੀਂ ਹੁਕਮ ਕਰਨ ਵਾਲੇ ਤੁਹਾਡੇ ਸਾਹਮਣੇ ਨਾ ਚੀਜ਼ ਹਾਂ। ਅਸੀਂ ਸਮੇਂ-ਸਮੇਂ 'ਤੇ ਤੁਹਾਨੂੰ ਬੇਨਤੀ ਕਰਾਂਗੇ ਜਦੋਂ ਸਾਡੇ ਸਰੋਤੇ ਤੁਹਾਡੀ ਡਿਮਾਂਡ ਕਰਨਗੇ। ਅਤੇ ਮੈਂ ਬੇਨਤੀ ਕਰਦਾ ਵੀ ਤੁਸੀਂ ਆਪਣਾ ਕੀਮਤੀ ਸਮਾਂ ਕਰਕੇ ਆਪਣੇ ਸਰੋਤਿਆਂ ਨੂੰ, ਸਟੂਡੈਂਟਸ ਨੂੰ ਇਹਨਾਂ ਦਾ ਪ੍ਰਾਈਮ ਟਾਈਮ ਦੇ ਵਿੱਚ ਕੁਝ ਗੇਨ ਕਰਨ ਦੇ ਵਿੱਚ ਤੁਸੀਂ ਜ਼ਰੂਰ ਹੈਲਪ ਕਰੋਗੇ। ਅਤੇ ਇੱਕ ਵਾਰ ਫਿਰ ਤੋਂ ਜਿੰਨੇ ਸਰੋਤੇ ਹੋ ਤੁਸੀਂ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ।